सत श्री अकाल। मैं प्रिंसिपल जतिंदर कौर रंधावा, पुत्री सरदार कुंदन सिंह जी, श्रीमती जसवंत कौर जी, सिंह साहब जथेदार मोहन सिंह जी नागो के सिख पंथ की वो महान शख्सियत जिन्हों 17 साल लगातार श्री अकाल तख्त साहिब श्री अमृतसर साहिब जी, 4 साल प्रधान श्रोमणी गुरुद्वारा प्रबंधक कमेटी श्री अमृतसर साहिब जी सत्कारत पदवी ते इक्को ही समय विराजमान रह के सेवा करन दा मौका उस वेले दे सिख पंथ अते उस वक्त दी समुची लीडरशिप वालों सर्वसम्मति नाल यूनानी मसली दिता गया। उन्हां दी दोहतरी हां। मैं उन्हां दे जीवन बारे ई बुक थ्रू माई आईज माई ग्रैंडफादर लैके आप सब सूझवान ਅਤੇ ਪਾਰਖੂ ਸਰੋਤਿਆਂ ਦੇ ਸਨਮੁਖ ਹਾਂ। ਸਮੁੱਚੀ ਮਨੁੱਖਤਾ ਦਾ ਇਤਿਹਾਸ ਜੋ ਪ੍ਰਮਾਣਿਤ ਅਤੇ ਸਰਵ ਪ੍ਰਵਾਨਿਤ ਵੀ ਹੈ, ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸੰਸਾਰ ਵਿੱਚ ਜੋ ਕੁਝ ਵੀ ਮਹਾਨ ਵਾਪਰਿਆ ਹੈ ਉਹ ਅਸਧਾਰਨ ਤੇ ਚੋਣਵੇਂ ਮਨੁੱਖਾਂ ਨੇ ਹੀ ਕੀਤਾ ਹੈ। ਸਧਾਰਨ ਮਨੁੱਖ ਤਾਂ ਹਮੇਸ਼ਾ ਨਾ ਪੱਖੀ ਵਿਚਾਰਾਂ ਤੇ ਵਿਸ਼ਾ ਖਿੱਚੂ ਸੋਚ ਦੇ ਗੁਲਾਮ ਹੁੰਦੇ ਹਨ, ਜਿਵੇਂ ਕਿ ਇਹ ਕਰ ਤੇ ਉਹ ਨਾ ਕਰ, ਉਹ ਕਰ ਤੇ ਇਹ ਕਰ ਵਿੱਚ ਵੱਜੇ ਰਹਿੰਦੇ ਹਨ। ਉਹਨਾਂ ਦੇ ਜੀਵਨ ਦੇ ਟੀਚੇ ਤੇ ਨਿਸ਼ਾਨੇ ਕਦੇ ਉਹਨਾਂ ਦੇ ਪਰਿਵਾਰ ਵੱਲੋਂ, ਕਦੇ ਸਮਾਜ ਦੇ ਵਿਸ਼ਾ ਖਿੱਚੂ ਸੋਚ ਰੱਖਣ ਵਾਲਿਆਂ ਵੱਲੋਂ ਲਿਖੇ ਗਏ ਹੁੰਦੇ ਹਨ। ਲਕੀਰ ਦੇ ਫਕੀਰ ਉਹ ਹੀ ਵੇਖਦੇ, ਸੁਣਦੇ ਤੇ ਕਰਦੇ ਹਨ ਜੋ ਉਹਨਾਂ ਨੂੰ ਵੇਖਣ, ਸੁਣਨ, ਸਮਝਣ ਤੇ ਕਰਨ ਨੂੰ ਕਿਹਾ ਜਾਂਦਾ ਹੈ। ਪਰ ਅਸਧਾਰਨ ਮਨੁੱਖ ਆਪ ਆਪਣੇ ਟੀਚੇ ਨਿਸ਼ਾਨੇ ਮਿੱਥਦੇ ਹਨ। ਇਸੇ ਲੜੀ ਵਿੱਚ ਸਿੱਖ ਪੰਥ ਤੇ ਕੌਮ ਦੇ ਅਸਧਾਰਨ ਮਨੁੱਖਾਂ ਨੇ ਇਤਿਹਾਸ ਦੇ ਨਵੇਂ ਨਿਕੋੜ ਤੇ ਨਵੇਕਲੇ ਪੰਨੇ ਸਦਾ ਮੁੱਢਲੀ ਕਤਾਰ ਵਿੱਚ ਤੁਰ ਕੇ ਆਪਣੀਆਂ ਪੈੜਾਂ ਦੇ ਪੂਰਨੇ ਪਾ ਕੇ ਆਉਣ ਵਾਲੀਆਂ ਨਸਲਾਂ ਦਾ ਰਾਹ ਰੁਸ਼ਨਾਇਆ ਹੈ। 20ਵੀਂ ਸਦੀ ਦੇ ਆਰੰਭ ਵਿੱਚ ਇਸੇ ਕੜੀ ਵਿੱਚੋਂ ਅਗਾਂਹ ਵਧੂ ਸੋਚ ਵਾਲੇ ਪੜ੍ਹੇ ਲਿਖੇ ਸੁਪਰ ਸਿਆਣੇ ਆਗੂ ਵੇਖਣ, ਸੁਣਨ ਤੇ ਪੜ੍ਹਨ ਨੂੰ ਅਜੋਕੇ ਸਿੱਖ ਇਤਿਹਾਸ ਵਿੱਚ ਵੀ ਮਿਲਦੇ ਹਨ, ਜੋ ਸਿੱਖ ਕੌਮ ਦੇ ਇਤਿਹਾਸ ਨੂੰ ਸਹੇਜ ਕੇ ਸੰਭਾਲ ਕੇ ਰੱਖਣ ਦਾ ਕਾਰਜ ਕਰਦੇ ਕਰਦੇ ਆਪ ਵੀ ਇਤਿਹਾਸ ਦਾ ਹਿੱਸਾ ਬਣ ਗਏ। ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਉਹਨਾਂ ਦੇ ਆਪਣੇ ਮੁਖ ਤੋਂ ਉਚਾਰੇ ਜਾਣ ਤੋਂ ਬਾਅਦ ਆਮ ਜਨ ਮਾਨਸ ਦੇ ਮੂੰਹੋਂ ਸੁਣੀ ਤੇ ਪੜ੍ਹੀ ਜਾਣ ਕਰਕੇ ਦੂਰ ਦੁਰਾਡੇ ਪਹੁੰਚ ਗਈ। ਗੁਰਬਾਣੀ ਦੀ ਸੰਭਾਲ ਲਈ ਸਾਡੇ ਗੁਰੂ ਸਾਹਿਬਾਨ ਹੀ ਸਾਡੇ ਮਾਰਗ ਦਰਸ਼ਕ ਵੀ ਬਣੇ। 5ਵੇਂ ਗੁਰੂ ਅਰਜਨ ਦੇਵ ਜੀ ਨੇ ਪਹਿਲੇ 4 ਗੁਰੂ ਸਾਹਿਬਾਨ ਦੀ ਬਾਣੀ ਅਤੇ ਆਪ ਵੀ ਸ਼ਬਦ ਉਚਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਭਾਈ ਗੁਰਦਾਸ ਜੀ ਦੀ ਕਲਮ ਤੋਂ ਲਿਖਵਾ ਕੇ ਮਨੁੱਖਤਾ ਨੂੰ ਇੱਕ ਨਵਾਂ ਸੰਦੇਸ਼ ਦਿੱਤਾ, ਜਿਸ ਰਾਹੀਂ ਮੌਲਿਕ ਰਚਨਾਵਾਂ ਨੂੰ ਕਿਸ ਤਰ੍ਹਾਂ ਹੋਰ ਲਿਖਤਾਂ ਵਿੱਚ ਰਲ ਗੱਡ ਹੋ ਜਾਣ ਤੋਂ ਬਚਾਇਆ ਜਾ ਸਕਦਾ ਹੈ। ਉਹਨਾਂ ਨੇ ਸਾਨੂੰ ਗੁਰਬਾਣੀ ਇਕੱਤਰ ਕਰਨ ਉਪਰੰਤ ਚੰਗੀ ਤਰ੍ਹਾਂ ਪੜ੍ਹ ਕੇ ਲਗਾ ਮਾਤਰਾ ਤੱਕ ਨੂੰ ਧਿਆਨ ਵਿੱਚ ਰੱਖ ਕੇ ਘੋਖਣਾ, ਕੰਨਾ, ਬਿੰਦੀ, ਟਿੱਪੀ ਆਦਿ ਪਰਖ ਕੇ ਸਹੀ ਉਚਾਰਨ ਕਰਨਾ ਵੀ ਸਿਖਾਇਆ। ਲਿਖਾਰੀ ਵਜੋਂ ਲਿਖੇ ਜਾਂ ਲਿਖਾਏ ਜਾਣ ਦੇ ਵਿਧੀ ਵਿਧਾਨ ਬਾਰੇ ਦੱਸਿਆ। ਉਪਰੰਤ ਉਹਨਾਂ ਦੀ ਸੇਵਾ ਤੇ ਸੰਭਾਲ ਪ੍ਰਤੀ ਸੁਚੇਤ ਵੀ ਕੀਤਾ। ਸਿੱਖਾਂ ਦੀ ਇਤਿਹਾਸਕ ਵਿਰਾਸਤ ਬੜੀ ਅਮੀਰ ਹੈ। ਇਹੋ ਹੀ ਕਾਰਨ ਹੈ ਇਸ ਦੇ ਬਾਰੇ ਪੜ੍ਹਨ, ਸੁਣਨ ਤੇ ਲਿਖਣ ਦੀ ਇੱਛਾ ਜਿਗਿਆਸਾ ਸਭ ਨੂੰ ਹੁੰਦੀ ਹੈ। 20ਵੀਂ ਸਦੀ ਦੇ ਸ਼ੁਰੂ ਤੋਂ ਹੀ ਸਿੱਖਾਂ ਦਾ ਇਤਿਹਾਸਕ ਵਿਰਸਾ ਸੰਭਾਲਣ ਦੀਆਂ ਕੋਸ਼ਿਸ਼ਾਂ ਸਿੱਖ ਪੰਥ ਦੇ ਕੁਝ ਦਰਜੀਆਂ ਨੇ ਸ਼ੁਰੂ ਵੀ ਕੀਤੀਆਂ, ਪਰ ਸ਼ਾਇਦ ਸਮਾਂ ਇਸ ਮਹਾਨ ਕਾਰਜ ਨੂੰ ਆਰੰਭ ਕਰਨ ਤੇ ਇਸ ਨੂੰ ਸੰਪੂਰਨ ਕਰਾਉਣ ਦਾ ਕਾਰਜ ਜਥੇਦਾਰ ਮੋਹਨ ਸਿੰਘ ਜੀ ਨਾਗੋ ਕੇ ਰਾਹੀਂ ਹੀ ਕਰਾਉਣਾ ਚਾਹੁੰਦਾ ਸੀ। ਮਨੁੱਖ ਦੇ ਇਸ ਧਰਤੀ ਤੇ ਜਨਮ ਲੈਣ ਤੋਂ ਹੀ ਇਤਿਹਾਸ ਬਣਨਾ ਤੇ ਆਪਣੇ ਤਰੀਕੇ ਸੰਭਾਲਣਾ ਵੀ ਸ਼ੁਰੂ ਹੋ ਗਿਆ। ਪੱਥਰ ਤੇ ਲਕੀਰਾਂ, ਚਿੰਨ੍ਹਾਂ ਤੇ ਤਸਵੀਰਾਂ ਦੇ ਰਾਹੀਂ ਪਰਿਵਾਰ ਤੋਂ ਕਬੀਲਾ, ਕਬੀਲੇ ਤੋਂ ਰਾਜ ਬਣ ਗਏ। ਪਰ ਅੱਜ ਵੀ ਬਹੁਤ ਸਾਰੇ ਇਤਿਹਾਸਿਕ ਸਰੋਤਾਂ ਤੇ ਉਕਰੇ ਇਤਿਹਾਸ ਦੇ ਸੁਨਹਿਰੇ ਪੰਨੇ ਪੜ੍ਹਨ ਤੋਂ ਮਨੁੱਖ ਅਸਮਰਥ ਹੈ, ਕਿਉਂਕਿ ਇਤਿਹਾਸ ਨੂੰ ਲੈਬੱਧ ਕਰਕੇ ਉਸ ਨਾਲ ਅਨੇਕਾਂ ਰੂਪਾਂ ਵਿੱਚ ਉਪਲਬਧ ਸਮੱਗਰੀ ਇਕੱਠੀ ਕਰਕੇ ਹਰ ਇੱਕ ਭਾਸ਼ਾ ਅਤੇ ਵਿਚਾਰਾਂ ਨੂੰ ਬਰਾਬਰ ਸਨਮਾਨ ਦੇ ਕੇ ਵਿਧੀਵਤ ਢੰਗ ਨਾਲ ਸੰਭਾਲਣਾ
बहुत ही जरूरी है। जथेदार मोहन सिंह जी नागोके नाल इतिहास प्रेमियों ने जदों भी इस बारे विचार वटांदरा किया तो वो भी कहते कि इतिहास ते वो भी सिख इतिहास नूं संभालण बारे मैं भी तुहाडे वांग सोचदा रहिंदा हां। मैनूं ये भी पता है पहला कीते यत्नां विच खड़ोत आ जांदी रही है, इसलिए उन्होंने इस काम नूं शुरू करने लई काफी सोच विचार करन तो बाद एक इतिहासक कदम चुकिया। उन्होंने इतिहास प्रेमियों सिख विद्वानां नाल भी अपना विचार साझा किया। नतीजे वजों खालसा कॉलेज अमृतसर विखे एक मीटिंग रख के इस कार्य की शुरुआत करने का प्रोग्राम उलीकिया गया। सिख इतिहास प्रेमियों समेत फाउंडर मैंबरां दे खालसा कॉलेज श्री अमृतसर विखे होने वाली मीटिंग लई शेरे पंजाब महाराजा रणजीत सिंह जी की पोतरी ਅਤੇ महाराजा दलीप सिंह जी की वड्डी सपुत्री शहजादी बंबा सदरलैंड नूं सिख इतिहास हिस्ट्री सोसाइटी की बुनियाद रखण लई उन्हां नूं मिलण लई सरकार दे सारे एडमिनिस्ट्रेटिव प्रोसैस विचों लंघ के प्रधानगी करन दा सੱਦਾ पत्र दिता गया, जिस नूं शहजादी साहब ने खुशी नाल प्रवान कर लिया। वो तां आप भी पंजाब विच अपने पुरखियां दीयां निशानियां भाल रही सी। जथेदार नागोके जी ने दोभाषीय ट्रांसलेटर दे राही शहजादी बंबा सदरलैंड नूं अपने परदादा जी दे महाराजा रणजीत सिंह जी की फौज में सिपाही होने बारे अते होर जानकारियां साझियां कीतियां सन। जथेदार नागोके जी का संबंध अपने पुरखियां नाल होण दी गल सुन के शहजादी दीयां अखां विच चमक ते मूंह ते अनोखी रौनक आ गई सी। शेरे पंजाब महाराजा रणजीत सिंह जी की पोतरी महाराजा दलीप सिंह जी की शहजादी बंबा सदरलैंड नूं सिख हिस्ट्री सोसाइटी की मीटिंग विच प्रधान बनाउणा जथेदार नागोके जी वालों लिया गया एक इतिहासक फैसला सी, क्योंकि जिसके पिता महाराजा दलीप सिंह कोलों अंग्रेज हुकूमत राज भाग खो के उसनूं इंग्लैंड लै गई, जिन्हां ने उन्हां दे राजनीतिक धार्मिक अमीर परिवारक ते सभ्याचारक विरसे तो उन्हां नूं दूर कर दिता सी। अज भी भाव 1945 ईस्वी विच भी पंजाब विच उसी अंग्रेज हुकूमत दा राज सी। शहजादी साहब लाहौर विच सी, पर उन्हां दीयां सरगर्मियां ते खुफिया तंत्र राही हर वक्त निगरानी रखी जाती सी। 20 फरवरी 1945 ईस्वी नूं खालसा कॉलेज श्री अमृतसर विखे सिख इतिहास की जानकारी रखण वाले पंथ दर्दियां ਅਤੇ ਹੋਰ अनेकां ने सिख फलसफे ਅਤੇ इतिहास प्रेमी इकट्ठे होए। इत्थे जथेदार मोहन सिंह जी नागोके प्रेसिडेंट SCPC सोसाइटी के फाउंडर मैंबर्स सिख स्कॉलर्स ਅਤੇ शेरे पंजाब महाराजा रणजीत सिंह जी की पोतरी ਅਤੇ महाराजा दलीप सिंह जी की वड्डी सपुत्री शहजादी बंबा सदरलैंड की प्रधानगी हेठ मीटिंग शुरू हुई। आपसी विचार वटांदरे हुए इस तरह सर्वसम्मति नाल सिख हिस्ट्री सोसाइटी नूं कायम करन दा फैसला प्रवान कर लिया गया। इना ही नहीं सगों फैसला प्रवान होने उपरंत इस सिख हिस्ट्री सोसाइटी की नींव बुनियाद फाउंडेशन रख दी गई है। इसका ऐलान भी कर दिता गया। पंजाब के अंतम महाराजा दलीप सिंह जी की सपुत्री शहजादी बंबा ने खालसा कॉलेज श्री अमृतसर विखे प्रधानगी भाषण का पंजाबी रूपांतर ट्रांसलेशन इस प्रकार है। मैनू अज तुहाडे विच होण नाल बड़ी प्रसन्नता हो रही है। तुसां मैनू सिख हिस्ट्री सोसाइटी के आरंभक दीवान की प्रधानगी लई सद के जो माण बख्शिया है, उस लई मैं आप दा धन्नवाद करती हाँ। किसी कौम वास्ते इहो जी सोसाइटी का होना एक वड्डी गल है ਅਤੇ हर किसी नूं इस दे मोटियां दा शुक्रगुजार होना चाहिए है। ये बड़ी तरसयोग गल है कि साडे बुजुर्गां ने इतिहास वाल कोई गौर नहीं किया। इसका जो थोड़ा बहुत सानू पता लगता है वो गुरनां दीयां लिखतां ते पुरातन निशानां तो ही लगता है। सिख इतिहास का आरंभ महान उच्चे ते सुच्चे गुरु साहिबानां तो हुंदा है, जिन्हां दे जीवन आउण वाले सिखां ते मनुख मात्र लई आम करके हैरान कर देण वालियां मिसालां हैं। इस तो बाद महान सूरबीर योद्धियां दा समां आउंदा है, जिस विच मैनूं ये कहण दा माण है
कि मेरे बुजुर्ग सरदार नौत सिंह जी, सरदार चढ़त सिंह जी, सरदार महा सिंह जी ਭੁੱਖੇ ਹਨ। ਇਸ ਤੋਂ ਵੀ ਵੱਧ ਮੈਨੂੰ ਮਾਣ ਇਸ ਗੱਲ ਦਾ ਹੈ ਕਿ ਮੈਂ ਸਿੱਖ ਸਾਮਰਾਜ ਦੇ ਨਿਆਂਕਾਰੀ ਅਤੇ ਉਦਾਰ ਚਿੱਤ ਸਮਰਾਟ ਮਹਾਰਾਜਾ ਰਣਜੀਤ ਸਿੰਘ ਦੀ ਪੁੱਤਰੀ ਹਾਂ। ਉਹ ਸਾਡੇ ਪੰਜਾਬ ਵਾਸੀਆਂ ਦਾ ਭਾਵੇਂ ਕਿਸੇ ਵੀ ਧਰਮ ਦੇ ਅਨੁਯਾਈ ਸਨ, ਇੱਕੋ ਜਿਹਾ ਸਨਮਾਨ ਕਰਦੇ ਸਨ। ਉਹ ਧਰਮ ਸੰਬੰਧੀ ਕੋਈ ਵਿਤਕਰਾ ਨਹੀਂ ਕਰਦੇ ਸਨ। ਸਾਰੇ ਹੀ ਸੁਖ ਭਰੇ ਇਤਫਾਕ ਨਾਲ ਰਹਿੰਦੇ ਸਨ। ਉਹਨਾਂ ਦੀ ਇਹ ਇੱਛਾ ਕਿ ਸਭ ਸੁਖੀ ਤੇ ਖੁਸ਼ਹਾਲ ਵਸਣ ਪੂਰੀ ਵੀ ਹੋ ਗਈ ਸੀ। ਵਾਹਿਗੁਰੂ ਕਰੇ ਕਿ ਸਿੱਖਾਂ ਦਾ ਇਤਿਹਾਸ ਇਸ ਗੁਰੂ ਵਰਸੋਈ ਭੂਮੀ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਸਿਖਾਈ ਬੰਬਾ ਸਦਕ ਹੈ। ਮੈਨੂੰ ਲੱਗਦਾ ਹੈ ਕਿ ਸਰਦਾਰੀ ਸਾਹਿਬ ਨੂੰ ਆਪਣੇ ਪੁਰਖਿਆਂ ਐਂਸੈਸਟਰਸ ਦੀ ਧਰਤੀ ਉੱਤੇ ਪ੍ਰਧਾਨ ਬਣਾ ਕੇ ਸਨਮਾਨਿਤ ਕੀਤੇ ਜਾਣ ਨੇ ਉਹਨਾਂ ਦੇ ਮਨ ਨੂੰ ਤੋੜ ਤੱਕ ਛੂ ਲਿਆ ਸੀ। ਜਿਸ ਤਰ੍ਹਾਂ ਜਥੇਦਾਰ ਸਾਹਿਬ ਵੱਲੋਂ ਸ਼ਾਨਦਾਰ ਇਤਿਹਾਸ ਦੇ ਰਚੇਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਖੋਤਰੀ ਪ੍ਰਧਾਨਗੀ ਵਿੱਚ ਸਿੱਖ ਹਿਸਟਰੀ ਸੁਸਾਇਟੀ ਦੀ ਬੁਨਿਆਦ ਰੱਖੇ ਜਾਣਾ ਮੇਰੇ ਮਨ ਨੂੰ ਵੀ ਤੋੜ ਅੰਦਰ ਤੱਕ ਛੂ ਗਿਆ ਸੀ। ਅਪ੍ਰੈਲ 1945 ਈਸਵੀ ਨੂੰ ਸਿੱਖ ਹਿਸਟਰੀ ਸੁਸਾਇਟੀ ਦੇ ਨਿਯਮ ਤੇ ਕਾਰਜਸ਼ੈਲੀ ਬਣਾ ਕੇ ਇਸ ਦਾ ਕੰਮ ਸ਼ੁਰੂ ਕਰ ਦਿੱਤੇ। ਯਾਦ ਰਹੇ 10 ਮਾਰਚ 1945 ਜਥੇਦਾਰ ਮੋਹਨ ਸਿੰਘ ਜੀ ਨਾਗੋ ਕੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਜੀ ਦੀ ਪ੍ਰਧਾਨਗੀ ਹੇਠ SGPC ਦਾ ਜਨਰਲ ਇਜਲਾਸ ਹੋਇਆ, ਜਿਸ ਵਿੱਚ 85 ਮੈਂਬਰ ਹਾਜ਼ਰ ਸਨ। ਇਸ ਵਿੱਚ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮ ਯੋਜਨਾਵਾਂ ਉਲੀਕੇ ਗਏ ਅਤੇ ਪ੍ਰਵਾਨ ਵੀ ਚੜਾਏ ਗਏ। ਨੰਬਰ 1 ਸਿੱਖ ਇਤਿਹਾਸ ਦੀ ਖੋਜ ਲਈ ਵੱਡੇ ਪੱਧਰ ਦੀ ਲਾਇਬ੍ਰੇਰੀ ਬਣਾਉਣੀ। ਨੰਬਰ 2 ਸਿੱਖ ਹਿਸਟਰੀ ਦੀ ਰਿਸਰਚ ਦਾ ਯੋਗ ਪ੍ਰਬੰਧ ਕਰਨਾ। ਖੋਜ ਉਪਰੰਤ ਉਹਨਾਂ ਪੁਸਤਕਾਂ ਨੂੰ ਪ੍ਰਕਾਸ਼ਿਤ ਕਰਨ ਦੀ ਜ਼ਿੰਮੇਵਾਰੀ ਚੁੱਕਣਾ। ਪਿੰਡਾਂ ਵਿੱਚ ਵੀ ਵੱਧ ਤੋਂ ਵੱਧ ਲਾਇਬ੍ਰੇਰੀਆਂ ਖੋਲ੍ਹਣਾ। ਨੰਬਰ 4 ਹਰ ਇੱਕ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਪਾ ਕੇ ਛੁਪਾਇਆ ਜਾਣਾ। ਨੰਬਰ 5 ਗੁਰਬਾਣੀ ਦੀ ਸ਼ੁੱਧ ਤੇ ਵਾਜਬ ਮੁੱਲ ਦੀ ਛਪਾਈ ਲਈ ਛਾਪਾਖਾਨਾ ਪ੍ਰਿੰਟਿੰਗ ਪ੍ਰੈਸ ਲਗਾਇਆ ਜਾਣਾ। ਉਹਨਾਂ ਇੱਕ ਕਦਮ ਅੱਗੇ ਵਧ ਕੇ ਇੱਕ ਹੋਰ ਹਵਾਲਾ ਦਿੱਤਾ ਕਿ ਮੁਸਲਮਾਨ ਭਾਈਚਾਰੇ ਨੇ ਪੰਜਾਬ ਅਸੈਂਬਲੀ ਵਿੱਚ ਬਿੱਲ ਪੇਸ਼ ਕੀਤਾ ਹੈ ਕਿ ਕੁਰਾਨ ਸ਼ਰੀਫ ਨੂੰ ਕੋਈ ਗੈਰ ਮੁਸਲਿਮ ਨਾ ਛਾਪ ਸਕੇ ਅਤੇ ਨਾ ਹੀ ਵੇਚ ਸਕੇ। ਸਿੱਖ ਭਾਈਚਾਰੇ ਵਿੱਚ ਇਸ ਤਰ੍ਹਾਂ ਦਾ ਤਾਂ ਕੋਈ ਖਿਆਲ ਨਹੀਂ ਹੈ, ਪਰ ਅਸੀਂ ਵੀ ਚਾਹੁੰਦੇ ਹਾਂ ਕਿ ਗੁਰਬਾਣੀ ਦੀ ਛਪਾਈ ਦਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਅਸੀਂ ਇਸ ਵਿੱਚੋਂ ਕੋਈ ਪ੍ਰੋਫਿਟ ਜਾਂ ਮੁਨਾਫਾ ਨਹੀਂ ਲੈਣਾ ਚਾਹੁੰਦੇ, ਸਗੋਂ SGPC ਆਪਣੇ ਪ੍ਰਬੰਧ ਵਿੱਚ ਛਪਾਈ ਨਾਲ ਜੁੜੇ ਸਾਰੇ ਕੰਮ ਕਰਵਾ ਕੇ ਲਾਗਤ ਤੇ ਭਾਅ ਸੰਗਤਾਂ ਨੂੰ ਦੇਵੇਗੀ। ਇਹ ਮਤਾ ਸਰਬਸੰਮਤੀ ਯੂਨੈਨਿਮਸਲੀ ਪਾਸ ਹੋ ਗਿਆ। ਇਸ ਤਰ੍ਹਾਂ ਤਕਰੀਬਨ ਸਾਰੇ ਹੀ ਉਪਰੋਕਤ ਇਤਿਹਾਸਕ ਕੰਮ ਸਿਰੇ ਚੜਾਉਣ ਵਿੱਚ ਕਾਮਯਾਬ ਰਹੇ। ਸਿੱਖ ਹਿਸਟਰੀ ਸੁਸਾਇਟੀ ਬਣਾਉਣ ਉਪਰੰਤ ਹੁਣ ਉਹਨਾਂ ਦਾ ਧਿਆਨ ਸਿੱਖ ਸੈਂਟਰਲ ਲਾਇਬ੍ਰੇਰੀ ਬਣਾ ਕੇ ਨੇਪਰੇ ਚੜਾਉਣ ਵੱਲ ਹੋ ਗਿਆ। ਇਸੇ ਲੜੀ ਵਿੱਚ ਅੱਗੋਂ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਵੱਲੋਂ 10 ਮਾਰਚ 1946 ਨੂੰ SGPC ਦੀ ਜਨਰਲ ਇਕੱਤਰਤਾ ਵਿੱਚ ਸਿੱਖ ਇਤਿਹਾਸ ਦੀ ਖੋਜ ਲਈ ਇੱਕ ਸਿੱਖ ਸੈਂਟਰਲ ਲਾਇਬ੍ਰੇਰੀ ਕਾਇਮ ਕਰਨ ਸੰਬੰਧੀ ਤਜਵੀਜ਼ ਰੱਖੀ ਗਈ। ਉਪਰੰਤ ਇਸ ਲਈ ਬੋਰਡ ਬਣਾ ਕੇ ਕੰਮ ਸ਼ੁਰੂ ਹੋਇਆ। ਅਪ੍ਰੈਲ 1946 ਵਿੱਚ SGPC ਇਸ ਲਈ ਬਣਾਏ ਗਏ ਬੋਰਡ ਦੀ ਸਰਪ੍ਰਸਤ ਵੀ ਬਣ ਗਈ, ਜਿਸ ਰਾਹੀਂ ਇਸ ਦੇ ਅਹੁਦੇਦਾਰ ਅਤੇ ਬੋਰਡ ਆਫ ਕੰਟਰੋਲ ਦੇ ਮੈਂਬਰ ਬਣਾਏ ਗਏ। ਇੰਜ ਸਿੱਖ ਸੈਂਟਰਲ ਲਾਇਬ੍ਰੇਰੀ ਕਾਇਮ ਹੋਈ। ਇਸ ਦੇ ਬਣ ਜਾਣ ਉਪਰੰਤ ਇਸ ਦੀ ਸੰਭਾਲ ਦੀ ਜ਼ਿੰਮੇਵਾਰੀ ਸਿੱਖ ਹਿਸਟਰੀ ਸੁਸਾਇਟੀ ਨੂੰ ਹੀ ਸੌਂਪ ਦਿੱਤੀ ਗਈ, ਤਾਂ ਜੋ ਇਸ ਵਿੱਚ ਸਿੱਖ ਵਿਦਵਾਨ, ਖੋਜੀ, ਰਿਸਰਚ ਸਕਾਲਰਸ ਇੱਥੇ ਬੈਠ ਸਕਣ ਤੇ ਖੋਜ ਕਾਰਜ ਕਰ ਸਕਣ। ਸਿੱਖ ਸੈਂਟਰਲ ਲਾਇਬ੍ਰੇਰੀ ਦਾ ਨਾਮ ਹੁਣ ਸਿੱਖ ਰੈਫਰੈਂਸ ਲਾਇਬ੍ਰੇਰੀ ਰੱਖ ਦਿੱਤਾ ਗਿਆ। ਇਸ ਤਰ੍ਹਾਂ ਹੁਣ ਕੋਈ ਵੀ ਪੁਸਤਕ ਜਾਂ ਕੋਈ ਦੁਰਲੱਭ ਸਮੱਗਰੀ ਇਥੋਂ ਬਾਹਰ ਨਹੀਂ ਜਾ ਸਕਦੀ ਸੀ। ਸਿੱਖ ਹਿਸਟਰੀ ਸੁਸਾਇਟੀ ਦੇ ਕੁਝ ਅਹੁਦੇਦਾਰ 10 ਅਪ੍ਰੈਲ 1946 ਈਸਵੀ ਨੂੰ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਪ੍ਰੈਜ਼ੀਡੈਂਟ SGPC ਅੰਮ੍ਰਿਤਸਰ ਨੂੰ ਮਿਲੇ, ਜਿਸ ਰਾਹੀਂ ਕੁਝ ਹੋਰ ਮਤੇ ਪਾਸ ਕਰਨ ਦੀ ਪ੍ਰਵਾਨਗੀ ਹੋਈ, ਜਿਵੇਂ ਕਿ 27/4/1946 ਈਸਵੀ ਰਾਹੀਂ ਲਾਇਬ੍ਰੇਰੀ ਦੀਆਂ ਪੁਸਤਕਾਂ ਸਿੱਖ ਹਿਸਟਰੀ ਸੁਸਾਇਟੀ ਖਰੀਦ ਕਰੇਗੀ। ਇਸ ਦੇ ਨਾਲ ਹੀ ਹੋਰ ਨਿਯਮ ਵੀ ਤੈਅ ਕੀਤੇ ਗਏ। SGPC ਦੇ ਖੋਜ ਕਾਰਜਾਂ 'ਚ ਲੱਗੇ ਮੁਲਾਜ਼ਮ ਸਿੱਖ ਹਿਸਟਰੀ ਸੁਸਾਇਟੀ ਦੀ ਨਿਗਰਾਨੀ ਵਿੱਚ ਹੀ ਕੰਮ ਕਰਨਗੇ। ਇਹ ਵੀ ਫੈਸਲਾ ਹੋਇਆ ਕਿ ਸਿੱਖ ਹਿਸਟਰੀ ਸੁਸਾਇਟੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਬਣ ਗਈ ਹੈ।
9 ਫਰਵਰੀ 1947 ਨੂੰ 1947 ਨੂੰ ਜਥੇਦਾਰ ਨਾਗੋਕੇ ਜੀ ਰਾਹੀਂ ਸਿੱਖ ਰੈਫਰੈਂਸ ਲਾਇਬ੍ਰੇਰੀ ਖੋਲ੍ਹਣ ਦੀ ਰਸਮ ਅਦਾ ਕੀਤੀ ਗਈ। ਇਹ ਲਾਇਬ੍ਰੇਰੀ ਗੁਰੂ ਰਾਮਦਾਸ ਨਿਵਾਸ ਦੇ ਹਾਲ ਨੰਬਰ 4 ਵਿੱਚ ਸੁਸ਼ੋਭਿਤ ਹੋ ਗਈ। ਇਤਿਹਾਸ ਨੂੰ ਹਰ ਪੱਖ ਤੋਂ ਸੰਭਾਲਣ ਲਈ ਹੋਂਦ ਵਿੱਚ ਆਈ ਇਹ ਇਤਿਹਾਸਕ ਸਿੱਖ ਰੈਫਰੈਂਸ ਲਾਇਬ੍ਰੇਰੀ ਅੱਜ-ਕੱਲ੍ਹ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਆਟਾ ਮੰਡੀ ਬਾਜ਼ਾਰ ਵੱਲ ਪੈਂਦੇ ਮੁੱਖ ਦੁਆਰ, ਇਸੇ ਸਾਹਮਣੇ ਚੌੜਿਆਂ ਪੌੜਿਆਂ ਦਾ ਬਾਜ਼ਾਰ ਵੀ ਪੈਂਦਾ ਸੀ, ਉੱਪਰ ਬਣੇ ਭਾਈ ਸੰਤੋਖ ਸਿੰਘ ਹਾਲ ਵਿਖੇ ਸਥਾਪਿਤ ਹੈ। ਹਿੰਦੁਸਤਾਨ ਦੇ ਆਜ਼ਾਦ ਹੋਣ ਉਪਰੰਤ ਪੁਰਾਤਨ ਇਤਿਹਾਸ ਨੂੰ ਸੰਭਾਲਣ ਲਈ ਬਹੁਤ ਸਾਰੀਆਂ ਯੂਨੀਵਰਸਿਟੀਆਂ ਵੀ ਇਸ ਲਈ ਕੰਮ ਕਰਨ ਲੱਗੀਆਂ। ਮੇਰੇ ਮਾਮਾ ਜੀ ਅਤੇ ਮੇਰੇ ਮਦਰ ਦੱਸਦੇ ਸਨ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਥੇਦਾਰ ਨਾਗੋਕੇ ਜੀ ਸਾਹਿਬ ਦਾ ਕੰਘਾ, ਕਿਰਪਾਨ, ਡਾਇਰੀ ਤੇ ਕੁਝ ਹੱਥ ਲਿਖਤਾਂ ਆਪਣੇ ਖੋਜ ਭੰਡਾਰ ਵਿੱਚ ਸੰਭਾਲਣ ਲਈ ਸਨਮਾਨ ਪੂਰਵਕ ਮੰਗ ਕੀਤੀ ਸੀ। ਇਸ ਲਈ ਉਹ ਯੂਨੀਵਰਸਿਟੀ ਦੇ ਸਪੁਰਦ ਕਰ ਦਿੱਤੀਆਂ ਗਈਆਂ ਸਨ। ਆਓ ਹੁਣ ਉਹਨਾਂ ਦੀ ਹੀ ਹੱਥ ਲਿਖਤ ਵਿੱਚੋਂ ਅੰਡੇਮਾਨ ਦੀਪ ਸਮੂਹ, ਜਿਸ ਨੂੰ ਕਾਲਾ ਪਾਣੀ ਵੀ ਆਖਿਆ ਜਾਂਦਾ ਹੈ, ਉਸ ਦਾ ਸਫ਼ਰ ਜਾਰੀ ਰੱਖਦੇ ਹਾਂ। ਕਾਰ ਨਿਕੋਬਾਰ, ਸਮਾਜਿਕ ਜੀਵਨ, ਸੋਸ਼ਲ ਲਾਈਫ ਐਂਡ ਲਾਈਫਸਟਾਈਲ। ਅੰਡੇਮਾਨ ਦੇ ਨਾਲ ਨਿਕੋਬਾਰ ਦੇ ਟਾਪੂ ਵੀ ਭਾਰਤ ਸਰਕਾਰ ਦੇ ਪ੍ਰਬੰਧ ਵਿੱਚ ਹਨ। ਅੰਡੇਮਾਨ ਵਾਂਗ ਇਹਨਾਂ ਦੀ ਗਿਣਤੀ ਵੀ ਨਿੱਕੀਆਂ ਦੀ ਬਹੁਤ ਹੈ। ਇਹਨਾਂ ਵਿੱਚੋਂ ਕਾਰ ਨਿਕੋਬਾਰ ਦੇ ਟਾਪੂ ਵਿੱਚ ਹੀ ਵਸੋਂ ਜ਼ਿਆਦਾ ਹੈ। ਇੱਥੇ 3 ਮਹੀਨੇ ਪਿੱਛੋਂ ਹੀ ਮਹਾਰਾਜ ਜਹਾਜ਼ ਫੇਰਾ ਪਾਉਂਦਾ ਹੈ, ਕੰਢੇ ਤੋਂ ਹਟਵਾ ਖਲੋਂਦਾ ਹੈ ਤੇ ਬੇੜੀਆਂ ਰਾਹੀਂ ਸਮਾਨ ਜਾਂ ਸਵਾਰੀਆਂ ਕੰਢੇ ਤੇ ਲੱਗਦੀਆਂ ਹਨ। ਇਸੇ ਟਾਪੂ ਵਿੱਚ ਇੱਕ ਕਮਿਸ਼ਨਰ ਸਾਹਿਬ ਰਹਿੰਦੇ ਹਨ ਤੇ ਕੁਝ ਪੁਲਿਸ ਦੇ ਸਿਪਾਹੀ, ਵਾਇਰਲੈਸ ਵਾਲੇ ਤੇ ਪ੍ਰਬੰਧ ਵਾਲੇ ਰਹਿੰਦੇ ਹਨ। ਪ੍ਰਬੰਧ ਵਾਲੀ ਪੁਲਿਸ ਦਾ ਇੰਚਾਰਜ ਹੈਡ ਕਨਸਟੇਬਲ ਹੁੰਦਾ ਹੈ। ਹਸਪਤਾਲ ਵੀ ਇੱਥੇ ਹੈ ਤੇ ਉਸ ਦਾ ਇੰਚਾਰਜ ਵੀ ਸਬ ਅਸਿਸਟੈਂਟ ਸਰਜਨ ਹੈ। ਪ੍ਰਾਇਮਰੀ ਤੇ ਲੋਅਰ ਮਿਡਲ ਮਿਲਾ ਕੇ 10 ਸਕੂਲ ਹਨ। ਇਸ ਟਾਪੂ ਦੀ ਵਸੋਂ 9000 ਹੈ ਤੇ ਮਰਦ ਤੀਵੀਆਂ ਲਗਭਗ ਇੱਕੋ ਜਿਹੇ ਹਨ। ਇਹ ਟਾਪੂ 6 ਮੀਲ ਤੋਂ 10 ਮੀਲ ਤੱਕ ਲੰਮਾ ਤੇ 8 ਮੀਲ ਤੋਂ ਲੈ ਕੇ 7 ਮੀਲ ਚੌੜਾ ਤੇ ਕੁੱਲ 40 ਮੁਰੱਬਾ ਮੀਲ 46 ਮੁਰੱਬਾ ਮੀਲ ਹੈ। ਜ਼ਮੀਨ ਪੱਧਰੀ ਹੈ। ਇੱਕ ਦੋ ਥਾਈਂ ਨਿੱਕੀ ਜਿਹੀ ਪਹਾੜੀ, ਜਿਨ੍ਹਾਂ ਦੀ ਉਚਾਈ 200 ਫੁੱਟ ਹੈ। ਇਸ ਟਾਪੂ ਵਿੱਚ 5 ਪਿੰਡ ਹਨ ਅਤੇ ਪਿੰਡ 4 ਸਵੇਰੇ ਸਮੁੰਦਰ ਦੇ ਕੰਢੇ ਵਿਚਕਾਰੇ ਜੰਗਲ ਹੈ। ਜ਼ਮੀਨ ਬਹੁਤ ਉਚਾਊ ਹੈ ਤੇ ਨਾਰੀਅਲ ਤੇ ਕੋਕੇ ਦੇ ਰੁੱਖ ਬਹੁਤ ਜ਼ਿਆਦਾ ਹਨ। ਇੱਥੇ ਕੇਲਾ, ਪਪੀਤਾ, ਅਨਾਨਾਸ ਤੇ ਕਿਤੇ ਅਨਾਰ, ਅਮਰੂਦ ਤੇ ਅੰਬ ਹੁੰਦੇ ਨੇ। ਪਾਨ ਤੇ ਸੁਪਾਰੀ ਦੇ ਰੁੱਖ ਵੀ ਬਹੁਤ ਹਨ। ਸਬਜ਼ੀਆਂ ਭਾਜੀਆਂ ਵਿੱਚੋਂ ਭਿੰਡੀ, ਤੋਰੀ, ਕੱਦੂ, ਕਾਸ਼ੀਫਲ, ਬੈਂਗਣ, ਬਤਾਊ, ਆਲੂ, ਕਚਾਲੂ, ਸ਼ੱਕਰਕੰਦੀ, ਅਰਵਾਂ ਤੇ ਚਲਾਈ ਦਾ ਸਾਗ ਆਮ ਹੁੰਦੇ ਹਨ। ਮੂਲੀ ਵੀ ਪੈਦਾ ਹੋ ਸਕਦੀ ਹੈ। ਕਿਉਰੀ ਦੇ ਦਰਖਤ ਵੀ ਬਹੁਤ ਹਨ। ਇਹੋ ਹੀ ਇਹਨਾਂ ਦੀ ਵੱਡੀ ਖੁਰਾਕ ਹੈ। ਨਿੰਬੂ, ਮਿੱਠੇ ਸੰਤਰੇ, ਗਲਗਲ ਤੇ ਚਕੋਤਰਾ ਵੀ ਆਮ ਹੁੰਦੇ ਹਨ। ਇਹ ਜਜ਼ੀਰੇ ਸਾਰੇ ਦਾ ਸਾਰਾ ਇੱਕ ਤਰ੍ਹਾਂ ਦਾ ਬਾਗ ਹੈ। ਵਸੋਂ ਇੱਥੋਂ ਦੀ ਕੁਝ ਬ੍ਰਹਮੀਆਂ ਨਾਲ ਮਿਲਦੀ ਹੈ ਤੇ ਇੱਥੇ ਹਿੰਦੂ, ਮੁਸਲਮਾਨ, ਬਾਹਰੋਂ ਆਏ ਮੁਲਾਜ਼ਮ ਜਾਂ ਦੁਕਾਨਦਾਰ, ਜਿਨ੍ਹਾਂ ਦੀ ਗਿਣਤੀ 100 ਤੋਂ ਜ਼ਿਆਦਾ ਨਹੀਂ ਹੈ। ਲਗਭਗ ਆਬਾਦੀ ਦਾ ਚੌਥਾ ਹਿੱਸਾ ਈਸਾਈ ਹਨ ਤੇ ਈਸਾਈ ਮਿਸ਼ਨ ਕੋਈ 50 ਸਾਲ ਤੋਂ ਕੰਮ ਕਰ ਰਿਹਾ। ਬਾਕੀ ਦੀ ਵਸੋਂ ਕਿਸੇ ਧਰਮ ਨੂੰ ਨਹੀਂ ਮੰਨਦੀ, ਪਰ ਰੱਬ ਨੂੰ ਮੰਨਦੇ ਤੇ ਉਸ ਨੂੰ ਕਿਰਪਾਲੂ ਤੇ ਦਿਆਲੂ ਸਮਝਦੇ, ਇਸ ਲਈ ਉਸ ਦਾ ਘੱਟ ਖਿਆਲ ਕਰਦੇ ਤੇ ਸ਼ੈਤਾਨ ਨੂੰ ਅਰਥਾਤ ਜਿਨ ਭੂਤਾਂ ਦੁਖਦਾਈ ਸਮਝ ਕੇ ਉਹਨਾਂ ਤੋਂ ਡਰਦੇ, ਉਹਨਾਂ ਦੀ ਰੋਕਥਾਮ ਵੀ ਕਰਦੇ ਨੇ। ਪਿੰਡਾਂ ਦਾ ਪ੍ਰਬੰਧ ਭਾਵ ਝਗੜੇ ਮਾਮਲੇ ਆਪਸ ਵਿੱਚ ਹੀ ਨਜਿੱਠਦੇ ਹਨ। ਪਿੰਡ ਵਿੱਚ ਇੱਕ ਵੱਡਾ ਚੌਧਰੀ, ਜਿਸ ਨੂੰ ਕਪਤਾਨ ਆਖਦੇ ਨੇ, ਤੇ ਲੋੜ ਅਨੁਸਾਰ ਦੂਜੇ ਨੰਬਰ ਦਾ ਤੇ ਤੀਜੇ ਨੰਬਰ ਦੇ ਕਪਤਾਨ ਵੀ ਹੁੰਦੇ ਹਨ। ਸਾਰੇ ਕਪਤਾਨਾਂ ਵਿੱਚੋਂ ਇੱਕ ਸਾਰੇ ਟਾਪੂ ਦਾ ਕਪਤਾਨ ਤੇ ਸਾਰੇ ਟਾਪੂ ਦੀ ਪੰਚਾਇਤ ਵੀ ਚੁਣਦੇ ਹਨ। ਇਹ ਸਾਰੀ ਚੋਣ ਜ਼ੁਬਾਨੀ ਹੁੰਦੀ ਹੈ, ਲਿਖਤ ਪੜ੍ਹਨ ਦਾ ਕੋਈ ਸਵਾਲ ਨਹੀਂ। ਪੰਚਾਇਤ ਦਾ ਫੈਸਲਾ ਸਾਰੇ ਮੰਨਦੇ ਹਨ ਕਿ ਕਪਤਾਨ ਦੇ ਹੁਕਮ ਵਿੱਚ ਚੱਲਦੇ। ਸਾਂਝੇ ਜੁਆਇੰਟ ਫੈਮਿਲੀ ਟੱਬਰ ਦੇ ਤੌਰ ਤੇ ਰਹਿਣ ਦਾ ਤਰੀਕਾ। ਪਿੰਡ ਵਿੱਚ ਇੱਕ ਸਾਂਝੀ ਥਾਂ ਇਕੱਠੇ ਰਹਿਣ ਬਹਿਣ ਖਲੋਣ ਵਾਸਤੇ ਬਣਾਉਂਦੇ ਹਨ। ਇੱਕ ਟੱਬਰ ਲਈ ਇੱਕ ਕੋਠਾ ਹੀ ਹੁੰਦਾ ਹੈ, ਉਸੇ ਵਿੱਚ ਸਾਰਾ ਟੱਬਰ ਟਿਕਦਾ ਤੇ ਸੌਂਦਾ ਹੈ। ਉਹ ਆਮ ਤੌਰ ਤੇ ਇਸ ਤਰ੍ਹਾਂ ਬਣਾਉਂਦੇ ਨੇ, ਥੱਲੇ ਕੁਝ ਤੰਮੀਆਂ ਗੱਡ ਕੇ ਜ਼ਮੀਨ ਤੋਂ ਉੱਚਾ ਕਰਕੇ ਉਸ ਉੱਤੇ ਸ਼ਤੀਰ ਪਾ ਕੇ ਉਹਨਾਂ ਦੇ ਨਿੱਕੇ ਨਿੱਕੇ ਪੱਖੇ ਬਣਾਉਂਦੇ ਨੇ। ਉਹਨਾਂ ਪੱਖਿਆਂ ਉੱਤੇ ਲੱਕੜ ਦੇ ਬਾਲੇ ਪਾਉਂਦੇ
ਲੱਕੜ ਦੇ ਬਾਲਿਆਂ ਉੱਤੇ ਬਾਂਸ ਝਿਲ ਕੇ ਉਸ ਦੀਆਂ ਚੱਠੀਆਂ ਲਾਉਂਦੇ ਨੇ ਤਾਂ ਕਿ ਹੇਠੋਂ ਥੱਲਿਓਂ ਹਵਾ ਆਉਂਦੀ ਰਹੇ। ਉਸ ਉੱਤੇ ਸੌਂਦੇ ਨੇ, ਸਾਫ ਵਿਛਾ ਕੇ। ਮੰਜਾ ਤੇ ਰਜਾਈ ਕਿਸੇ ਕੋਲ ਨਹੀਂ। ਸਾਰਾ ਸਾਲ ਅੰਦਰ ਸੌਂਦੇ ਨੇ। ਉਤਲੀ ਛੱਤ ਵੀ ਇਸੇ ਤਰ੍ਹਾਂ ਦੀ ਲੱਕੜਾਂ ਦੀ, ਬਾਂਸ ਦੀ ਤੇ ਉੱਤੋਂ ਛੱਪਰ ਬਣ ਕੇ ਪਾਉਂਦੇ ਨੇ ਤਾਂ ਕਿ ਚੋਏ ਨਾ। ਛੱਤ ਕਈਆਂ ਹਾਲਾਤਾਂ ਵਿੱਚ ਤੂੜੀ ਦੇ ਕੁੱਪ ਮੂਸਲ ਵਾਂਗੂ ਹੁੰਦੀ ਹੈ ਤੇ ਕਈਆਂ ਹਾਲਾਤਾਂ ਵਿੱਚ ਟੀਨ ਵਾਂਗੂ ਢਾਲ ਵੀ ਹੁੰਦੀ ਹੈ। ਕੋਠੇ ਦੀ ਕੋਈ ਬਾਰੀ ਜਾਂ ਰੋਸ਼ਨਦਾਨ ਨਹੀਂ ਹੁੰਦਾ, ਇੱਕੋ ਦਰਵਾਜ਼ਾ ਹੁੰਦਾ। ਸਾਂਝੇ ਟੱਬਰ ਦੇ ਤੌਰ ਤੇ ਘਰ ਵਿੱਚ ਰਹਿੰਦੇ ਨੇ। ਕੋਈ ਵੰਡ ਵੰਡਾਈ ਦਾ ਸਿਲਸਿਲਾ ਨਹੀਂ। ਜ਼ਮੀਨ ਦੀ ਮਿਣਤੀ ਗਿਣਤੀ ਲਈ ਉੱਥੇ ਕੋਈ ਸਾਧਨ ਨਹੀਂ ਹੈ। ਜ਼ਬਾਨੀ ਪਿੰਡਾਂ ਤੇ ਟੱਬਰਾਂ ਦੀਆਂ ਹੱਦਾਂ, ਬਾਉਂਡਰੀਜ਼ ਮੁਕਰਰ ਹਨ। ਪਿੰਡ ਨੂੰ ਮੈਨਾਮਾ ਆਖਦੇ ਨੇ, ਸਾਰੇ ਟਾਪੂ ਨੂੰ ਮਹਿਕਾਮਾ ਆਖ ਲੈਂਦੇ ਤੇ ਸਾਰੀ ਦੁਨੀਆ ਨੂੰ ਘਰ ਨੂੰ ਮਦੀ ਆਖਦੇ ਹਨ ਤੇ ਪਿੰਡ ਦੇ ਸਾਂਝੇ ਘਰ ਨੂੰ ਐਲਪਾਲਮ ਆਖਦੇ। ਮੁਰਦੇ ਨੂੰ ਦੱਬਦੇ ਨੇ ਤੇ ਹਰ ਪਿੰਡ ਦਾ ਅੱਡ-ਅੱਡ ਕਬਰਸਤਾਨ ਹੈ। ਮੁਰਦੇ ਤੇ ਕਫਨ ਚਿੱਟੇ ਰੰਗ ਦਾ ਪਾਉਂਦੇ ਨੇ ਤੇ ਜਦੋਂ ਕੋਈ ਮਰਨ ਵਾਲਾ ਹੋਵੇ ਉਸਦੇ ਜਿਉਂਦਿਆਂ ਹੀ ਲੈ ਆਉਂਦੇ, ਉਸ ਨੂੰ ਦੱਸ ਦਿੰਦੇ ਨੇ, ਦਿਖਾ ਦਿੰਦੇ। ਜਿੰਨਾ ਵੱਡਾ ਤੇ ਚੰਗਾ ਕਫਨ ਹੋਵੇ ਉਨਾ ਹੀ ਮਰਨ ਵਾਲਾ ਉਸ ਨੂੰ ਵੇਖ ਕੇ ਖੁਸ਼ ਹੁੰਦਾ ਹੈ ਤੇ ਸਮਝਦਾ ਹੈ ਕਿ ਮੈਂ ਕਫਨ ਚੰਗਾ ਮਿਲ ਗਿਆ ਹੈ, ਹੁਣ ਸ਼ੈਤਾਨ ਤੇ ਜਿੰਨ ਭੂਤਾਂ ਤੋਂ ਲੁਕਿਆ ਰਹਾਂਗਾ ਤੇ ਬਚ ਜਾਵਾਂਗਾ। ਜੇ ਸਬਬ ਨਾਲ ਬਾਈ ਚਾਂਸ ਮਰਨ ਵਾਲਾ ਬਚ ਜਾਵੇ ਤਾਂ ਕਫਨ ਨੂੰ ਸਾਂਭ ਕੇ ਰੱਖ ਲਿਆ ਜਾਂਦਾ ਹੈ ਤੇ ਉਸੇ ਤਰ੍ਹਾਂ ਦੁਬਾਰਾ ਕੱਢ ਕੇ ਵਰਤਿਆ ਜਾਂਦਾ ਹੈ। ਮੁਰਦੇ ਨੂੰ ਬਕਸੇ ਵਿੱਚ ਬੰਦ ਕਰਕੇ ਦੱਬਦੇ ਹਨ। ਮਰਨ ਵਾਲੇ ਦੇ ਸੰਬੰਧੀ ਰਿਸ਼ਤੇਦਾਰ ਮੌਤ ਤੇ ਰੋਂਦੇ ਵੀ ਹਨ, ਪਰ ਚੀਕ ਝਾੜਾ ਨਹੀਂ ਪਾਉਂਦੇ ਤੇ ਝੱਬਦੇ ਛੇਤੀ ਹੀ ਸਮਝ ਜਾਂਦੇ ਹਨ। ਬੱਚਾ ਜੰਮਣ ਵੇਲੇ ਔਰਤ ਪਿੰਡ ਦੇ ਸਾਂਝੇ ਕੋਠੇ ਵਿੱਚ ਚਲੀ ਜਾਂਦੀ ਹੈ। ਕਈ ਵਾਰੀ ਉੱਥੇ ਬਿਮਾਰ ਵੀ ਹੁੰਦੇ ਹਨ, ਪਰਦੇ ਦਾ ਕੋਈ ਖਿਆਲ ਨਹੀਂ। ਪਿੰਡ ਦੀਆਂ ਬੁੱਢੜੀਆਂ, ਬਜ਼ੁਰਗ ਔਰਤਾਂ, ਮਾਈਆਂ ਦਾਈ ਦਾ ਕੰਮ ਦੇਦੀਆਂ ਹਨ। ਮੁੰਡੇ ਕੁੜੀ, ਲੜਕੇ ਲੜਕੀ ਦੇ ਜੰਮਣ ਤੇ ਕੋਈ ਖਾਸ ਖੁਸ਼ੀ ਨਹੀਂ ਕਰਦੇ ਤੇ ਮੁੰਡੇ ਨੂੰ ਕੁੜੀ ਨਾਲੋਂ ਜਾਂ ਕੁੜੀ ਨੂੰ ਮੁੰਡੇ ਨਾਲੋਂ ਵਧੇਰਾ ਚੰਗਾ ਨਹੀਂ ਸਮਝਿਆ ਜਾਂਦਾ। ਕਾਰ ਨਿਕੋਬਾਰ, ਲੜਕੇ ਲੜਕੀਆਂ ਦੇ ਵਿਆਹ ਸੰਬੰਧੀ। ਮੁੰਡੇ ਕੁੜੀਆਂ ਵਿਆਹ ਆਪਣੀ ਮਰਜ਼ੀ ਨਾਲ ਕਰਦੇ ਹਨ ਤੇ ਜਦੋਂ ਉਹਨਾਂ ਦੀ ਮਰਜ਼ੀ ਪੱਕ ਜਾਏ ਫਿਰ ਘਰਦਿਆਂ ਨੂੰ ਦੱਸਦੇ ਹਨ। ਈਸਾਈਆਂ ਦਾ ਵਿਆਹ ਗਿਰਜੇ ਵਿੱਚ ਹੋ ਜਾਂਦਾ ਹੈ ਤੇ ਦੂਸਰੇ ਪਿੰਡ ਵਿੱਚ ਲੋੜ ਅਨੁਸਾਰ ਸੂਰ ਦਾ ਮਾਸ ਭੁੰਨ ਕੇ ਤੇ ਬਰਾਦਰੀ ਨੂੰ ਖਵਾ ਕੇ ਵਿਆਹ ਕਰ ਲੈਂਦੇ। ਰਸਮ ਕੋਈ ਖਾਸ ਨਹੀਂ ਕਰਦੇ। ਜੇ ਲੜਕੀ ਅਮੀਰ ਘਰ ਦੀ ਹੋਵੇ ਤਾਂ ਵਿਆਹ ਉਸਦੇ ਮਾਪਿਆਂ, ਪੇਰੈਂਟਸ ਦੇ ਘਰ ਹੁੰਦਾ ਹੈ ਤੇ ਮੁੰਡਾ ਵੀ ਉਸੇ ਟੱਬਰ ਫੈਮਿਲੀ ਵਿੱਚ ਸ਼ਾਮਲ ਹੋ ਕੇ ਉੱਥੇ ਹੀ ਰਹਿਣਾ ਸ਼ੁਰੂ ਕਰ ਦਿੰਦਾ ਹੈ। ਤੇ ਜੇ ਮੁੰਡੇ ਵਾਲੇ ਚੰਗੇ ਹੋਣ ਤਾਂ ਵਿਆਹ ਮੁੰਡੇ ਦੇ ਘਰ ਹੁੰਦਾ ਹੈ, ਉਹ ਕੁੜੀ ਉਸ ਟੱਬਰ ਵਿੱਚ ਆ ਜਾਂਦੀ। ਨਾਜਾਇਜ਼ ਸਬੰਧ ਬਹੁਤ ਘੱਟ ਹੁੰਦਾ ਹੈ, ਪਰ ਜੇਕਰ ਕੋਈ ਕੇਸ ਹੋਵੇ ਤਾਂ ਪੰਚਾਇਤ ਵਿੱਚ ਹੀ ਸੱਦ ਕੇ ਸ਼ਰਮਿੰਦਾ ਕਰ ਦਿੱਤਾ ਜਾਂਦਾ ਹੈ। ਬਰਾਦਰੀ ਵੱਲੋਂ ਉਸ ਨੂੰ ਸੂਰ ਦਾ ਮਾਸ ਖਵਾਉਣ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ। ਅੱਗੋਂ ਤੋਂ ਮਾੜਾ ਕੰਮ ਕਰਨ ਤੋਂ ਮਨਾ ਕੀਤਾ ਜਾਂਦਾ ਹੈ। ਕਮਿਊਨਲ ਰਾਈਟਸ, ਦੰਗਾ ਫਸਾਦ ਜਾਂ ਡਾਈਵੋਰਸ ਭਾਵ ਚ ਵਿਆਹ ਪਿੱਛੋਂ ਛੱਡ ਛਡਾਈ ਨਹੀਂ ਹੁੰਦੀ। ਪਹਿਲਾਂ ਵਿਆਹ ਦੀ ਆਦਤ ਸੀ ਕਿ ਭੈਣ ਭਾਈ, ਚਾਚੇ ਤਾਏ, ਮਾਮੇ ਫੁੱਫੀ ਦੇ ਲੜਕੇ ਲੜਕੀਆਂ ਦੇ ਆਪਸ ਵਿੱਚ ਵਿਆਹ ਨਹੀਂ ਹੁੰਦੇ ਸਨ, ਪਰ ਹੁਣ ਇਹਨਾਂ ਨਾਲੋਂ ਕੁਝ ਹੋਰ ਰਿਸ਼ਤਿਆਂ ਦੀਆਂ ਰੋਕਾਂ ਵੀ ਸਾਡੇ ਵਾਂਗੂ ਪੈ ਗਈਆਂ ਹਨ। ਆਮ ਤੌਰ ਤੇ ਇੱਥੇ ਬੰਦੇ ਨੇਕ ਹਨ, ਝੂਠ ਨਹੀਂ ਬੋਲਦੇ, ਚੋਰੀ ਨਹੀਂ ਕਰਦੇ, ਡਾਕਾ ਨਹੀਂ ਮਾਰਦੇ। ਗੱਲ ਕੀ, ਗੁਨਾਹ ਤੋਂ ਬਚੇ ਰਹਿੰਦੇ ਹਨ, ਲਾਲਚੀ ਨਹੀਂ ਤੇ ਕੋਈ ਵੀ ਮੰਗਤਾ ਮੈਂ ਉੱਥੇ ਨਹੀਂ ਦੇਖਿਆ। ਹਰ ਵੇਲੇ ਖੁਸ਼ ਰਹਿੰਦੇ ਨੇ, ਭੁੱਖ ਵੀ ਕੋਈ ਨਹੀਂ, ਸਰੀਰ ਦੇ ਮਜ਼ਬੂਤ ਨੇ ਤੇ ਦਿਲ ਦੇ ਡਰਪੋਕ ਨੇ। ਸ਼ਕਲਾਂ ਤੇ ਕੱਦ ਕਾਫੀ ਗੋਰਖਿਆਂ ਨਾਲ ਮਿਲਦਾ ਹੈ। ਨਿਕੋਬਾਰੀ ਬੋਲੀ ਬੋਲਦੇ ਨੇ, ਸਿਰ ਤੇ ਪੈਰਾਂ ਤੇ ਗੱਲ ਤੋਂ ਨੰਗੇ ਰਹਿੰਦੇ ਹਨ, ਭਾਵ ਕਮੀਜ਼ ਨਹੀਂ ਪਾਉਂਦੇ। ਪਹਿਲਾਂ ਆਦਮੀ ਸਿਰਫ ਲੰਗੋਟੀ ਬੰਨ੍ਹਦੇ ਸਨ ਤੇ ਹੁਣ ਅੰਗਰੇਜ਼ ਨੇ ਨਿੱਕਰ ਦਾ ਰਿਵਾਜ ਪਾ ਦਿੱਤਾ ਹੈ। ਵਾਲ ਕਟਾਉਂਦੇ ਨੇ ਤੇ ਮਰਦ ਤੇ ਤ੍ਰੀਮਤਾ ਬੀੜੀ ਆਮ ਪੀਂਦੇ ਹਨ, ਸ਼ਰਾਬ ਨਹੀਂ ਪੀਂਦੇ। ਬੁੱਢੇ ਬਜ਼ੁਰਗ ਜਦੋਂ ਹੋ ਜਾਂਦੇ ਹਨ ਤਾੜੀ ਪੀਂਦੇ ਨੇ। ਕਈ ਜੋ ਹੁਣ ਮਿਸ਼ਨ ਵਿੱਚ ਜਾਂ ਹੋਰ ਕਿਧਰੇ ਨੌਕਰ ਹੋ ਗਏ ਹਨ ਜਾਂ ਇਹਨਾਂ ਦੇ ਨੇੜੇ ਰਹਿੰਦੇ ਹਨ, ਉਹ ਹੁਣ ਕਮੀਜ਼ ਵੀ ਪਾਉਂਦੇ ਨੇ। ਕੰਮ ਕਰਨ ਵੀ ਤਕੜੇ ਨੇ ਪਰ ਵਿਹਲੇ ਰਹਿਣ ਨੂੰ ਪਸੰਦ ਕਰਦੇ। ਜਨਾਨੀਆਂ, ਔਰਤਾਂ ਸਿਰਫ ਬਰਮੀਆਂ ਵਾਲੀਆਂ ਧੋਤੀਆਂ ਪਾਉਂਦੀਆਂ ਹਨ, ਸਿਰੋਂ ਗਲੋਂ ਤੇ ਪੈਰੋਂ ਨੰਗੀਆਂ ਰਹਿੰਦੀਆਂ ਹਨ। ਨੱਕ ਕੰਨ ਬਿਲਕੁਲ ਨਹੀਂ ਮਿਲਦੀ, ਪਰਦਾ ਬਿਲਕੁਲ ਨਹੀਂ ਕਰਦੀ।
ਪਰ ਜਦੋਂ ਕੋਈ ਦੂਸਰੇ ਦੇਸ਼ ਦਾ ਆਦਮੀ ਵੇਖਣ ਤਾਂ ਧੋਤੀ ਉਠਾ ਕੇ ਛਾਤੀ ਉੱਤੋਂ ਦੀ ਬੰਨ੍ਹ ਲੈਂਦੀਆਂ ਜਾਂ ਛਾਤੀ ਤੇ ਬਾਂਹ ਰੱਖ ਲੈਂਦੀਆਂ। ਜਿਹੜੀਆਂ ਔਰਤਾਂ ਈਸਾਈ ਬਣੀਆਂ ਨੇ ਉਹਨਾਂ ਨੂੰ 8 ਦਿਨੀ ਗਿਰਜੇ ਆਉਣ ਵੇਲੇ ਗਲ ਬਣਾਉਣ ਤੇ ਸਿਰ ਤੇ ਰੁਮਾਲ ਲੈਣ ਲਈ ਵੀ ਪਾਦਰੀਆਂ ਨੇ ਸਮਝਾ ਲਿਆ ਹੈ। ਔਰਤਾਂ ਦੇ ਕੱਦ ਮਰਦਾਂ ਨਾਲੋਂ ਨਿੱਕੇ ਨੇ, ਸਰੀਰ ਵੀ ਮਰਦਾਂ ਨਾਲੋਂ ਕਮਜ਼ੋਰ ਜਾਪਦੇ ਨੇ, ਪਰੰਤੂ ਕੰਮ ਜ਼ਿਆਦਾ ਕਰਦੀਆਂ ਨੇ। ਜਨਾਨੀਆਂ ਵਾਲ ਕਟਾ ਕੇ ਪੱਟੇ ਬਣਾ ਕੇ ਰੱਖਦੀਆਂ। ਸਬੱਬ ਨਾਲ ਜਿਸ ਦਿਨ ਅਸੀਂ ਉੱਥੇ ਗਏ ਐਤਵਾਰ ਸੀ ਤੇ ਸਾਡੀ ਕਾਰ ਗਿਰਜਾ ਘਰ ਦੇ ਕੋਲ ਜਾ ਕੇ ਖਲੋਤੀ। ਗਿਰਜੇ ਵਿੱਚ ਪ੍ਰਾਰਥਨਾ ਹੋ ਰਹੀ ਸੀ। ਅਸੀਂ ਵੀ ਅੰਦਰ ਚਲੇ ਗਏ। ਅੱਧੇ ਵਿੱਚ ਜਨਾਨੀਆਂ ਬੈਠੀਆਂ ਹੋਈਆਂ ਸਨ ਤੇ ਅੱਧੇ ਵਿੱਚ ਮਰਦ। ਭਜਨ ਦੋਵੇਂ ਇਕੱਠਾ ਗਾਉਂਦੇ ਸਨ ਤੇ ਮੁਕੰਮਲ ਚੁੱਪਚਾਪ ਤੇ ਸ਼ਾਂਤੀ ਸੀ। ਪ੍ਰਾਰਥਨਾ ਵਿੱਚ 5-5, 7-7 ਸਾਲ ਦੇ ਬੱਚੇ ਵੀ ਸ਼ਾਮਲ ਸਨ। ਇੱਕੋ ਵਾਰੀ ਰੋਟੀ ਬਿਲਕੁਲ ਨਹੀਂ ਖਾਂਦੇ ਤੇ ਨਾ ਹੀ ਉੱਥੇ ਆਟਾ ਤੇ ਨਾ ਕਣਕ ਹੁੰਦੀ ਹੈ। ਪਰ ਹੁਣ 1-2 ਸਾਲ ਤੋਂ ਚਾਵਲ ਮਿਲ ਜਾਣ ਤਾਂ ਖਾਣ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ। ਜਾਂ ਕੋਈ ਜ਼ਮੀਨ ਹੈ ਤੇ ਨਾ ਕੋਈ ਹਲ ਵਾਉਂਦਾ ਹੈ, ਨਾ ਕੋਈ ਡੰਗਰ ਪਸ਼ੂ ਹੀ ਹੈ ਤੇ ਨਾ ਕੋਈ ਦੁੱਧ ਪੀਂਦਾ ਹੈ। ਫਲਾਂ ਤੇ ਸਬਜ਼ੀਆਂ ਤੇ ਗੁਜ਼ਾਰਾ ਕਰਦੇ ਹਨ। ਸਵੇਰੇ ਉੱਠ ਕੇ ਨਾਰੀਅਲ ਦਾ ਪਾਣੀ ਪੀ ਲੈਂਦੇ ਨੇ ਤੇ ਉਸ ਵਿਚਲੀ ਕੱਚੀ ਗਿਰੀ ਖਾ ਲੈਂਦੇ। ਸਬਜ਼ੀ, ਭਿੰਡੀ, ਅਰਬੀ, ਆਲੂ ਆਦਿ ਉਬਾਲ ਕੇ ਤੇ ਲੂਣ ਨਮਕ ਲਾ ਕੇ ਖਾ ਲੈਂਦੇ। ਮੱਛੀਆਂ ਫੜਦੇ ਨੇ ਤੇ ਜੇਕਰ ਕੋਈ ਮੱਛੀ ਫੜੀ ਜਾਵੇ ਤਾਂ ਉਸ ਨੂੰ ਵੀ ਉਬਾਲ ਕੇ ਖਾ ਲੈਂਦੇ। ਜੇ ਬਾਹਰ ਕੰਮ ਤੇ ਜਾਣ ਤਾਂ ਨਾਲ 2-3 ਨਾਰੀਅਲ ਲੈ ਜਾਂਦੇ ਹਨ। ਜਦੋਂ ਭੁੱਖ ਤੇ ਪਿਆਸ ਲੱਗੇ ਤਦੋਂ ਉਸ ਨੂੰ ਪੀ ਖਾ ਲੈਂਦੇ ਹਨ। ਜਾਂ ਪੱਕੇ ਹੋਏ ਫਲ, ਕੇਲਾ, ਪਪੀਤਾ ਆਦਿ ਖਾ ਲੈਂਦੇ। ਸੂਰ ਜੰਗਲ ਵਿੱਚ ਪਾਲਦੇ ਨੇ, ਪਰ ਦੇਸ਼ ਦੇ ਸੂਰਾਂ ਵਾਂਗ ਉਹਨਾਂ ਦੀਆਂ ਹੁੰਦਾਂ ਨਹੀਂ ਹਨ। ਉਸ ਨੂੰ ਮਾਰ ਚਿਰ ਕੇ ਤੇ ਕੱਚਾ ਭੁੰਨਾ ਕਰਕੇ ਨਮਕ ਲੂਣ ਲਾ ਕੇ ਖਾ ਲੈਂਦੇ। ਘਰ ਵਿੱਚ ਕੱਚੇ ਨਾਰੀਅਲ ਜ਼ਰੂਰ ਰੱਖਦੇ ਨੇ। ਕੋਈ ਪ੍ਰਾਹੁਣਾ ਆ ਜਾਵੇ ਤਾਂ ਉਸ ਨੂੰ ਪਾਣੀ ਵਜੋਂ ਨਾਰੀਅਲ ਦੇ ਪਾਣੀ ਦੀ ਸੁਲਾ ਮਾਰਦੇ। ਖਾਣਾ ਇਕੱਠੇ ਬਹਿ ਕੇ ਖਾਂਦੇ ਨੇ। ਜੇ ਕੋਈ ਗੈਸਟ ਆ ਜਾਵੇ, ਪ੍ਰਾਹੁਣਾ ਆ ਜਾਵੇ ਤਾਂ ਟੱਬਰ ਤੇ ਫੈਮਿਲੀ ਦੇ ਨਾਲ ਬਹਿ ਕੇ ਜਿੰਨੀ ਚੀਜ਼ ਬਣੀ ਹੋਵੇ ਉਨੀ ਵੰਡ ਕੇ ਖਾ ਲੈਂਦੇ। ਭਾਵੇਂ ਸਾਰੇ ਭੁੱਖੇ ਰਹਿਣ ਤੇ ਭਾਵੇਂ ਸਾਰੇ ਰੱਜ ਜਾਣ, ਕੋਈ ਵਿਚਾਰ ਨਹੀਂ ਕਰਦੇ। ਆਮ ਤੌਰ ਤੇ ਸ਼ਾਮ ਨੂੰ ਵਿਹਲੇ ਹੋ ਕੇ ਸਮੁੰਦਰ ਵਿੱਚ ਲਕੋਟੀ ਬੰਨ ਕੇ ਨਹਾਉਂਦੇ। ਜੇ ਕਿਸੇ ਨੂੰ ਕੋਈ ਓਪਰਾ ਆਦਮੀ ਕਿਸੇ ਚੀਜ਼ ਦੇ ਖਾਣ ਦੀ ਸੁਲਾਹ ਮਾਰੇ, ਆਫਰ ਕਰੇ ਤਾਂ ਉਹ ਉਸ ਨੂੰ ਸਾਰੇ ਰਲ ਕੇ ਖਾਂਦੇ। ਕਾਰ ਨਿਕੋਬਾਰ ਆਰਥਿਕ ਜੀਵਨ ਨਿਆਂ ਪ੍ਰਬੰਧ। ਜ਼ਮੀਨਾਂ ਦਾ ਨਾ ਕੋਈ ਇੱਥੇ ਬੰਦੋਬਸਤ ਹੋਇਆ ਹੈ ਤੇ ਨਾ ਕੋਈ ਇੱਥੇ ਸ਼ਾਮਲਾਤ ਹੈ। ਜੇਕਰ ਕਿਸੇ ਦਾ ਟੱਬਰ ਫੈਮਿਲੀ ਵੱਧ ਜਾਵੇ ਤੇ ਜ਼ਮੀਨ ਥੋੜੀ ਘੱਟ ਹੋ ਜਾਵੇ ਤਾਂ ਬਹੁਤੀ ਜ਼ਮੀਨ ਵਾਲੇ ਦੀ ਜ਼ਮੀਨ ਮੰਗ ਕੇ ਉਸ ਵਿੱਚ ਨਾਰੀਅਲ, ਪਪੀਤਾ ਤੇ ਸਬਜ਼ੀਆਂ ਆਦਿ ਲਗਾ ਲੈਂਦੇ। ਜਿੰਨਾ ਚਿਰ ਉਸ ਦਾ ਜੀਅ ਕਰੇ ਜ਼ਮੀਨ ਵਾਹ ਕੇ ਕਮਾਈ ਖਾਈ ਜਾਂਦਾ ਹੈ। ਜ਼ਮੀਨ ਮਾਲਕ ਨਾ ਤਾਂ ਉਸ ਤੋਂ ਕੁਝ ਮੰਗਦਾ ਹੈ ਤੇ ਨਾ ਹੀ ਉਹ ਕੁਝ ਦਿੰਦਾ ਹੈ। ਕੁਝ ਸਮੇਂ ਪਿੱਛੋਂ ਉਹ ਜ਼ਮੀਨ ਛੱਡ ਕੇ ਕਿਸੇ ਹੋਰ ਦੀ ਜ਼ਮੀਨ ਵਾਹ ਲੈਂਦਾ ਹੈ। ਜਿਸ ਪਾਸ ਨਾਰੀਅਲ ਦੇ ਬਹੁਤੇ ਦਰਖਤ ਤੇ ਜੰਗਲ ਵਿੱਚ ਬਹੁਤੇ ਸੂਰ ਪਿਗ ਹੋਣ ਉਸ ਨੂੰ ਅਮੀਰ ਸਮਝਿਆ ਜਾਂਦਾ ਹੈ। ਰੁਪਈਆ ਪੈਸਾ ਜਮ੍ਹਾਂ ਕਰਨ ਵਾਲੇ ਦਾ ਨਾ ਤਾਂ ਇੱਥੇ ਕੋਈ ਮਸਲਾ ਸੀ ਤੇ ਨਾ ਹੀ ਉਹ ਕੋਈ ਸਿੱਕਾ ਕਰੰਸੀ ਬਾਰੇ ਜਾਣਦੇ ਸਨ। ਚੀਜ਼ਾਂ ਦੇ ਵੱਡੇ ਸੱਟੇ ਐਕਸਚੇਂਜ ਨਾਲ ਹੀ ਜਾਂ ਬਾਰਟਰ ਸਿਸਟਮ ਨਾਲ ਹੀ ਉਹ ਵਪਾਰ ਕਰਦੇ ਸਨ। ਕੇਵਲ ਹੁਣ ਰੁਪਏ ਪੈਸੇ ਦਾ ਲੋਕਾਂ ਨੂੰ ਗਿਆਨ ਹੋਣਾ ਜਾਂਦਾ ਹੈ ਤੇ ਇੱਕ ਨਾਰੀਅਲ ਦੀ ਕੀਮਤ 2 ਪੈਸੇ ਨਿਯਤ ਹੋ ਗਈ ਹੈ। ਮੁਕੱਦਮੇਬਾਜ਼ੀ, ਚੋਰੀ ਚਕਾਰੀ ਜਾਂ ਲੜਾਈ ਪੜਾਈ ਕੋਈ ਨਹੀਂ ਹੁੰਦੀ। ਅਸਿਸਟੈਂਟ ਕਮਿਸ਼ਨਰ ਨੇ ਸਾਨੂੰ ਦੱਸਿਆ ਕਿ ਪਿਛਲੇ 11 ਮਹੀਨਿਆਂ ਵਿੱਚ ਉਸ ਪਾਸ ਸਾਰੇ ਟਾਪੂ ਦੇ 8 ਮੁਕੱਦਮੇ ਆਏ। ਇਹ ਵੀ ਸਾਰੇ ਵਿਆਹ ਸੰਬੰਧੀ ਸਨ ਤੇ ਉਸ ਪਾਸ ਇਸ ਲਈ ਆਏ ਕਿ ਵਿਆਹ ਕਰਨ ਵਾਲੇ ਪੰਚਾਇਤ ਦੇ ਫੈਸਲੇ ਤੋਂ ਨਾ ਨੁੱਕਰ ਕਰਦੇ ਸਨ। ਪਰੰਤੂ ਉਸ ਨੇ ਇਹਨਾਂ ਦਾ ਫੈਸਲਾ ਆਪ ਨਹੀਂ ਕੀਤਾ। ਟਾਪੂ ਦੀ ਵੱਡੀ ਪੰਚਾਇਤ ਨੂੰ ਸੱਦ ਕੇ ਉਹਨਾਂ ਦੇ ਸਾਹਮਣੇ ਮੁਕੱਦਮੇ ਰੱਖ ਦਿੱਤੇ ਗਏ ਤੇ ਜੋ ਉਹਨਾਂ ਨੇ ਫੈਸਲਾ ਕੀਤਾ ਉਹ ਉਹਨਾਂ ਨੂੰ ਲਿਖ ਕੇ ਸੁਣਾ ਦਿੱਤਾ ਗਿਆ। ਪੰਚਾਇਤਾਂ ਦੇ ਫੈਸਲੇ ਸਰਬਸੰਮਤੀ ਨਾਲ ਹੀ ਹੁੰਦੇ ਤੇ ਚੂੰਕਿ ਉਹ ਸੱਚੇ ਹਨ, ਸਾੜੇਬਾਜ਼ੀ ਦਾ ਕੋਈ ਮਸਲਾ ਨਹੀਂ। ਜਦੋਂ ਗੱਲ ਸਮਝ ਆ ਜਾਵੇ ਇੱਕੋ ਨਤੀਜੇ ਤੇ ਪੁੱਜ ਜਾਂਦੇ। ਬਿਮਾਰੀਆਂ, ਡਿਸੀਜ਼ਜ਼ ਇਨ ਦਾ ਆਈਲੈਂਡ। ਇਸ ਟਾਪੂ ਵਿੱਚ ਇੱਕ ਸਾਲ ਖਾਸ ਐਪੀਡੈਮਿਕ ਵਬਾ ਪਈ ਸੀ ਜਿਸ ਨੇ ਬਹੁਤ ਜਾਨਾਂ ਲੈ ਲਈਆਂ। ਉਸ ਨੂੰ ਇੱਕ ਪਾਸੇ ਛੱਡਦਿਆਂ ਹੋਇਆ ਆਮ ਤੌਰ ਤੇ ਮਰੋੜ, ਡਾਇਰੀਆ, ਮਲੇਰੀਆ, ਨਮੂਨੀਆ ਆਦਿ ਬਿਮਾਰੀਆਂ ਨੇ
1947 ਵਿੱਚ ਮਲੇਰੀਆ ਦੇ 268 ਬਿਮਾਰ ਹਸਪਤਾਲ ਵਿੱਚ ਦਾਖਲ ਹੋਏ, ਜਿਨ੍ਹਾਂ ਵਿੱਚੋਂ 9 ਗੁਜ਼ਰ ਗਏ, ਡੈਥ ਹੋ ਗਈ ਤੇ ਬਾਕੀ ਸਾਰੇ ਠੀਕ ਹੋ ਗਏ। ਨਮੂਨੀਏ ਦੇ 84 ਤੇ ਡਾਇਰੀਆ ਦੇ 23 ਮਰੀਜ਼ ਦਾਖਲ ਹੋਏ। TB ਤਪਤਿਕ ਦੇ 18 ਬਿਮਾਰ ਹਸਪਤਾਲ ਆਏ। आज तक सुजाक ਦੇ 80 ਮਰੀਜ਼ ਹਸਪਤਾਲ ਵਿੱਚ ਦਾਖਲ ਹੋਏ, ਜਿਨ੍ਹਾਂ ਵਿੱਚੋਂ 28 ਦੀ ਡੈਥ ਹੋ ਗਈ। ਇਸ ਤੋਂ ਜਾਪਦਾ ਹੈ ਕਿ ਉਸਦੀ ਸਿਹਤ ਅੱਛੀ ਹੈ। आज तक ਸੁਜਾਕ ਬਾਹਰੋਂ ਮੁਸਲਮਾਨ ਤੇ ਜਾਪਾਨੀ ਲਿਆਏ ਤੇ ਤਪਤਿਕ TB ਬਹੁਤ ਬੀੜੀ ਪੀਣ ਕਰਕੇ ਤੇ ਇੱਕੇ ਕੋਠੇ ਕਮਰੇ ਵਿੱਚ ਬਹੁਤੇ ਜੀ ਪੂਰੀ ਫੈਮਿਲੀ ਰਹਿਣ ਕਰਕੇ ਹੋ ਜਾਂਦਾ। ਇਸ ਜਜ਼ੀਰੇ ਆਈਲੈਂਡ ਵਿੱਚ ਜਾਪਾਨੀਆਂ ਨੇ 1942 ਈਸਵੀ ਵਿੱਚ ਕਬਜ਼ਾ ਕੀਤਾ। 1942 ਤੇ 1945 ਈਸਵੀ ਵਿੱਚ 1945 ਈਸਵੀ ਵਿੱਚ ਉਹਨਾਂ ਤੋਂ ਵਾਪਸ ਲਿਆ ਗਿਆ। ਇਸ ਸਮੇਂ ਵਿੱਚ ਉਹਨਾਂ ਨੇ ਇਸ ਜਜ਼ੀਰੇ ਦੇ ਗਿਰਦ ਪੱਕੀ ਸੜਕ ਬਣਾਈ ਸੀ ਤਾਂ ਕਿ ਉਹ ਅੰਡੇਮਾਨ ਨਿਕੋਬਾਰ ਦੇ ਟਾਪੂਆਂ ਦੇ ਕਬਜ਼ਾ ਚੰਗੀ ਤਰ੍ਹਾਂ ਜਮਾਈ ਰੱਖ ਸਕਣ। ਪਰੰਤੂ ਜਾਪਾਨੀਆਂ ਨੂੰ ਦੂਜੇ ਵਿਸ਼ਵ ਯੁੱਧ ਦੇ ਨਤੀਜੇ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਵਾਸੀਆਂ ਉੱਪਰ ਉਹਨਾਂ ਵੱਲੋਂ ਕੀਤੇ ਗਏ ਜ਼ੁਲਮ ਅਤੇ ਅੱਤ ਦਾ ਹੰਕਾਰ ਲੈ ਬੈਠਾ। ਉਹ ਵਾਪਸ ਮੁੜ ਜਾਣ ਲਈ ਮਜਬੂਰ ਹੋ ਗਏ। ਮੈਂ ਸਭ ਨਾਲ ਕਾਲੇ ਪਾਣੀ ਦੇ ਸਫ਼ਰ ਦੇ ਕੁਝ ਪੰਨੇ ਸਾਂਝੇ ਕਰਨ ਜਾ ਰਹੀ ਹਾਂ। ਹਿੰਦੁਸਤਾਨ ਨੂੰ ਸਦੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ ਭਾਵੇਂ ਸਰਕਾਰ ਦੇ ਹਰ ਖਿੱਤੇ ਏਰੀਏ ਦੇ ਦੇਸ਼ ਭਗਤਾਂ ਵੱਲੋਂ ਸੰਘਰਸ਼ ਕੀਤਾ ਗਿਆ। ਭਾਰਤ ਦੇ ਹਰ ਏਰੀਏ ਵਿੱਚੋਂ ਦੇਸ਼ ਭਗਤਾਂ ਨੇ ਸੰਘਰਸ਼ ਕੀਤਾ, ਪਰੰਤੂ ਜੋ ਸੰਘਰਸ਼ ਤੇ ਕੁਰਬਾਨੀਆਂ ਪੰਜਾਬੀਆਂ ਦੇ ਹਿੱਸੇ ਆਈਆਂ, ਉਹ ਬਹਾਦਰੀ ਤੇ ਸਹਿਨਸ਼ੀਲਤਾ ਦੀ ਸਿਖਰ ਦੀ ਹੱਦ ਵੀ ਟੱਪ ਗਈ। ਜਿਨ੍ਹਾਂ ਸਿੱਖ ਤੇ ਹਿੰਦੂ ਬਹੁ ਬੇਟੀਆਂ ਨੇ ਆਪਣੇ ਹੱਥਾਂ ਵਿੱਚ 17 ਦੀ ਮਹਿੰਦੀ ਰਚਾ, ਰੰਗਲਾ ਚੂੜਾ ਤੇ ਸੁਹਾ ਸੂਟ ਪਾ ਕੇ ਬਾਬਲ ਦੇ ਘਰੋਂ ਡੋਲੀ ਵਿੱਚ ਬੈਠ ਕੇ ਵਿਦਾ ਹੋਣਾ ਸੀ, ਉਹ ਬਹੁ ਬੇਟੀਆਂ ਜਿਨ੍ਹਾਂ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਅਜੇ ਦਗ-ਦਗ ਕਰ ਰਿਹਾ ਸੀ, ਉਹਨਾਂ ਵਿੱਚੋਂ ਬਹੁ ਗਿਣਤ ਬੱਚੀਆਂ ਦੇ ਰੰਗੀਨ ਤੇ ਹਸੀਨ ਸੁਪਨੇ ਤੇ ਸਦਰਾਂ ਫਿਰਕੂ ਦੰਗਈਆਂ ਦੀ ਉਤਰੀ ਪੀੜ ਨੇ ਚਕਨਾ ਚੂਰ ਕਰ ਦਿੱਤੀ। ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਤੇ ਇੰਜ ਕਰ। ਜਿਹੜੇ ਹੱਥ ਹਮੇਸ਼ਾ ਲੋਕਾਈ ਦੀ ਮਦਦ ਲਈ ਉੱਠਦੇ ਸਨ, ਜਿਹੜੇ ਹੱਥ ਹਮੇਸ਼ਾ ਲੋੜਵੰਦਾਂ ਦੀ ਮਦਦ ਉੱਕਾਂ ਭਰ ਕੇ, ਛੱਜ ਭਰ ਕੇ, ਖਾਲੀ ਝੋਲੀਆਂ ਭਰਦੇ ਨਹੀਂ ਥੱਕਦੇ ਸਨ, ਉਹ ਹੱਥ ਸਿਰਫ ਖਾਲੀ ਹੀ ਨਹੀਂ ਹੋਏ, ਸਗੋਂ ਮਦਦ ਲੈਣ ਲਈ ਅੱਗੇ ਵੀ। ਜਿਸ ਤਨ ਲਾਗੇ ਸੋ ਤਨ ਜਾਣੇ, ਕੌਣ ਜਾਣੇ ਪੀਰ ਭਰਾ। ਪਰ ਜਥੇਦਾਰ ਨਾਗੋਕੇ ਜੀ ਨੇ ਇਹਨਾਂ ਵੀਰ ਭਰਾਵਾਂ ਦੀ ਪੀੜ ਨੂੰ ਸਮਝਿਆ। ਹਿੰਦੁਸਤਾਨ ਦੇ ਵੰਡ ਬਾਰੇ ਅਤੇ ਸਿੱਖਾਂ ਤੇ ਹਿੰਦੂਆਂ ਦੀ ਆਬਾਦੀ ਦੇ ਪੱਛਮੀ ਪੰਜਾਬ ਤੋਂ ਪੂਰਬੀ ਪੰਜਾਬ ਵਿੱਚ ਤਬਾਦਲੇ ਸਮੇਂ ਰਾਹਤ ਸਮੱਗਰੀ ਸਮੇਤ ਕੈਂਪਾਂ ਵਿੱਚ ਆ ਪਹੁੰਚਣ ਤੋਂ ਸ਼ੁਰੂ ਕਰਕੇ ਫਿਰਕੂ ਦੰਗਾਈਆਂ ਦੀਆਂ ਪੀੜਾਂ ਤੋਂ ਬਚਾਉਣ ਦੇ ਸਮੇਂ ਲਾਮਿਸਾਲ ਅਗਵਾਈ ਕੀਤੀ। ਉਪਰੰਤ ਭਾਰਤ ਦੀ ਕੇਂਦਰ ਸਰਕਾਰ ਰਾਹੀਂ ਪੰਜਾਬ ਸਰਕਾਰ ਦੇ ਮੁੜ ਵਸਾਓ ਰੀਹੈਬਿਲਿਟੇਸ਼ਨ ਮਿਨਿਸਟਰੀ ਮੰਤਰਾਲੇ ਵੱਲੋਂ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਅਤੇ ਅੰਡੇਮਾਨ ਨਿਕੋਬਾਰ ਟਾਪੂਆਂ ਵਿੱਚ ਸਿੱਖ ਅਤੇ ਹਿੰਦੂ ਭਰਾਵਾਂ ਦੇ ਮੁੜ ਵਸੇਬੇ ਲਈ ਜਗ੍ਹਾ ਜ਼ਮੀਨਾਂ ਤਲਾਸ਼ਣ ਲਈ ਆਪ ਜੀ ਨੂੰ ਚੇਅਰਮੈਨ ਬਣਾ ਕੇ ਇੱਕ ਡੈਲੀਗੇਸ਼ਨ ਅੰਡੇਮਾਨ ਨਿਕੋਬਾਰ ਭੇਜਿਆ ਗਿਆ। ਉਹਨਾਂ ਵੱਲੋਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪੂਰੇ ਵਿਸਤਾਰ ਨਾਲ ਅੰਡੇਮਾਨ ਨਿਕੋਬਾਰ ਟਾਪੂ ਕਾਲੇ ਪਾਣੀ ਬਾਰੇ ਰਿਪੋਰਟ ਭੇਜੀ ਗਈ। ਮੈਂ ਤੁਹਾਡੇ ਨਾਲ ਉਸ ਰਿਪੋਰਟ ਦੇ ਕੁਝ ਹਿੱਸੇ ਆਉਣ ਵਾਲੇ ਚੈਪਟਰ ਵਿੱਚ ਸਾਂਝੇ ਕਰਾਂਗੀ। ਕਾਲੇ ਪਾਣੀ ਦੇ ਸਫ਼ਰ ਦੇ ਫਰੰਟ ਪੇਜ ਤੇ ਜਥੇਦਾਰ ਜੀ ਨੇ ਵਰਤਮਾਨ ਪ੍ਰੈਜ਼ੈਂਟ 24/12/1948 ਲਿਖਿਆ ਹੈ, ਭਾਵ 24 ਦਸੰਬਰ 1948 1948 ਆਪਣੇ ਹੱਥਾਂ ਨਾਲ ਅੰਕਿਤ ਕੀਤਾ ਹੈ। ਇਸ ਤਰ੍ਹਾਂ ਇਹ ਇੱਕ ਇਤਿਹਾਸਿਕ ਦਸਤਾਵੇਜ਼ ਹੈ। ਮੈਂ ਇੱਕ ਦਿਨ ਟੀਵੀ ਤੇ ਨਿਊਜ਼ ਵੇਖ ਰਹੀ ਸੀ। ਭਾਰਤ ਸਰਕਾਰ ਵੀ ਅੰਡੇਮਾਨ ਨਿਕੋਬਾਰ ਆਈਲੈਂਡਸ ਵਿੱਚ ਟੂਰਿਜ਼ਮ ਨੂੰ ਪ੍ਰਮੋਟ
ਪ੍ਰਫੁੱਲਿਤ ਕਰਨ ਲਈ ਭਾਵ ਇੰਡੀਆ ਦੇ ਵਧੀਆ ਟੂਰਿਸਟ ਸਪਾਟ ਵਜੋਂ ਸੈਰ ਸਪਾਟੇ ਲਈ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇ ਕੇ ਸੈਲਾਨੀਆਂ ਦੇ ਉੱਤੇ ਆ ਕੇ ਛੁੱਟੀਆਂ ਮਨਾ ਸਕਣ ਦਾ ਪਲਾਨ ਬਣਾ ਰਹੀ ਹੈ। ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਵੱਲੋਂ ਅੰਡੇਮਾਨ ਨਿਕੋਬਾਰ ਦੀਪ ਸਮੂਹ ਬਾਰੇ ਆਪਣੀ ਹੱਥ ਲਿਖਤ ਵਿੱਚ ਇਹਨਾਂ ਦੀਪ ਸਮੂਹਾਂ ਦੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਉਸ ਨੂੰ ਸੁਣ ਕੇ ਪੜ੍ਹ ਕੇ ਦੁਨੀਆ ਭਰ ਦੇ ਟੂਰਿਸਟ ਇਸ ਵੱਲ ਖਿੱਚੇ ਜਾਣਗੇ। ਮੈਨੂੰ ਇਸ ਦਾ ਭਰੋਸਾ, ਆਸ ਤੇ ਉਮੀਦ ਵੀ ਹੈ। ਅਗਲੇ ਅਧਿਆਏ ਵਿੱਚ ਅਸੀਂ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਪੰਜਾਬੀਆਂ, ਕਿਸਾਨਾਂ, ਕਿਰਤੀਆਂ, ਮਜ਼ਦੂਰਾਂ ਨੂੰ ਵਸਾਉਣ ਬਾਰੇ ਜਥੇਦਾਰ ਨਾਗੋਕੇ ਜੀ ਵੱਲੋਂ ਤੁਰੰਤ ਸ਼ੁਰੂ ਕਰ ਦੇਣ ਵਾਲੇ ਕੰਮਾਂ ਦੇ ਸਾਹਿਤਕ ਪ੍ਰੈਕਟੀਕਲ ਸੁਝਾਵਾਂ ਦੀ ਇਤਿਹਾਸਿਕ ਰਿਪੋਰਟ ਦੀ ਜਾਣਕਾਰੀ ਸਾਂਝੀ ਕਰਾਂਗੇ। ਹੁਣ ਅੱਜ ਦੀ ਗੱਲ ਕਰੀਏ। ਮੈਨੂੰ ਯਕੀਨ ਹੈ ਸਾਰੇ ਸੂਝਵਾਨ ਸਰੋਤੇ ਆਪਣੇ ਪਰਿਵਾਰ, ਸਨੇਹੀ, ਸੰਬੰਧੀਆਂ, ਗਵਾਂਢੀਆਂ, ਪਿੰਡ, ਸ਼ਹਿਰ, ਦੇਸ਼ ਵਾਸੀਆਂ ਦੀ ਹਰ ਪੱਖ ਤੋਂ ਤੰਦਰੁਸਤੀ, ਸਿਹਤ ਸੰਭਾਲ, ਚੌਗਿਰਦੇ ਦੀ ਸਫਾਈ ਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਨਿਰੰਤਰ ਯਤਨਸ਼ੀਲ ਤੇ ਮਦਦਗਾਰ ਸਾਬਤ ਹੋ ਰਹੇ ਹੋਵੋਗੇ। परमात्मा करे आप सब जिंदे रहो, बसते रहो, खुश रहो। फरीदा बुरे दा भला कर, फरीदा बुरे दा भला कर, गुस्सा मन ना हटाए। देही रोग न लग गई, पल्ले सब किछ पाए। सत श्री अकाल।